ਵੇਖੋ ਅੱਜ ਹਾਲਾਤ ਕੀ ਬਣੇ ਪਏ ਆ। ਇੱਕ ਕੱਟਰ ਇਮਾਨਦਾਰ ਅੱਜ ਜੁਡੀਸ਼ਰੀ ਨੂੰ ਬੇਈਮਾਨ ਦੱਸਦੇ ਆ, ਮਗਰ ਇਹਨਾਂ ਕੱਟਰ ਇਮਾਨਦਾਰਾਂ ਦੀ ਕਟਾਰੂ ਚੱਕ ਦੀ ਖਬਰ ਪਹਿਲਾਂ ਆਈ ਹੋਈ ਹੈ, ਢਾਲੀਵਾਲ ਦੀ ਪਹਿਲਾਂ ਆਈ ਹੋਈ ਹੈ ਕਿ ਕਿਵੇਂ ਉਹ 100 ਏਕੜ ਜ਼ਮੀਨ ਇਹਨਾਂ ਨੇ ਅਲਾਟ ਕੀਤੀ ਔਰ ਕਿਵੇਂ ਉੱਥੇ ਮਾਈਨਿੰਗ ਚੱਲ ਰਹੀ ਹੈ, ਕਿਵੇਂ ਉਹ BDO ਨੂੰ ਰਾਤੋਂ ਰਾਤ DDPO ਬਣਾ ਕੇ ਉਹ ਜ਼ਮੀਨ ਅਲਾਟ ਕਰਤੀ। ਉਹ ਸਾਰਾ ਰੌਲਾ ਹਾਲੇ ਤੱਕ ਉਹਦਾ ਕੁਝ ਨਹੀਂ ਹੋ ਰਿਹਾ। ਇਹ ਆਰੋਪ ਸਿੱਧੇ ਕਿਹਦੇ ਤੇ ਲਾਏ ਆ? ਇੰਡੀਪੈਂਡੈਂਸ ਆਫ ਜੁਡੀਸ਼ਰੀ, ਜਿਹਦੇ ਤੇ ਲੋਕਤੰਤਰ ਦਾ ਇੱਕ ਇੰਪੋਰਟੈਂਟ ਥੰਮ, ਉਹਦੇ ਤੇ ਇਲਜ਼ਾਮ ਲਾਤੇ ਔਰ ਕਹਿੰਦਾ ਮੈਨੂੰ ਵੀ ਨੀਂਦ ਨਹੀਂ ਆ ਰਹੀ। ਅੱਗਿਓਂ ਗੱਲ ਸੁਣ ਲਓ, ਨੀਂਦ ਤਾਂ ਵੈਸੇ ਵੀ ਨਹੀਂ ਆਉਂਦੀ ਇਹਨੂੰ ਜਿੰਨੀ ਖਾ ਪੀ ਲੈਂਦਾ, ਮਗਰ ਆਹ ਗੱਲ ਤਾਂ ਕਮਾਲ ਦੀ ਕਰ ਗਿਆ। ਤੀਜਾ ਨੋਟਿਸ ਕੱਢਤਾ ਫੂਡ ਡਿਪਾਰਟਮੈਂਟ ਨੇ ਕਿ ਤੇਰੀ ਕੁਆਲਿਟੀ ਨਹੀਂ ਠੀਕ, ਔਰ ਕਮਾਲ ਦੀ ਗੱਲ ਹੈ ਕਿ ਉਹ ਤੋਂ 15 ਦਿਨ ਪਹਿਲਾਂ ਹੀ ਹੈਲਥ ਡਿਪਾਰਟਮੈਂਟ ਫੂਡ ਦੇ ਨੇ ਉਹਨਾਂ ਨੂੰ 5 ਸਟਾਰ ਰੇਟਿੰਗ ਦਿੱਤੀ ਸੀ ਕਿ ਤੁਹਾਡੀ ਐਡੀ ਵਧੀਆ ਸਾਂਭ ਸੰਭਾਲ ਹੈ। ਆ ਇੱਕ ਕੁਲਚੇ ਨਾ ਖੋਣ ਤੇ ਚੱਕਰ ਵੇਖ ਲਓ ਕੀ ਪਏਗਾ। ਕਰ ਲਓ, ਪੜ੍ਹ ਲਓ, ਪੂਛ ਇੱਛੇ ਕਰ ਲਓ ਇਨਵੈਸਟਮੈਂਟ ਪੰਜਾਬ 'ਚ। ਕਹਿੰਦਾ ਮਾਹੌਲ, ਕਹਿੰਦਾ ਤੁਸੀਂ ਦੱਸੋਗੇ। ਹੁਣ ਭਾਈ ਜੇ ਕੋਈ ਆਵੇ ਨਾ, ਤੁਹਾਨੂੰ ਇਹਨਾਂ ਮੁਫਤ 'ਚ ਇਹਨਾਂ ਨੂੰ ਚਾਹ ਪਾਣੀ ਖਿਲਾ ਦਿਆ ਕਰੋ, ਪਿਲਾ ਦਿਆ ਕਰੋ। ਐਡੇ ਭੁੱਖੇ ਨੇ। ਇਹਦੇ ਬਾਰੇ ਅੱਜ ਮੈਂ ਕਿਹਾ ਇਹਦਾ ਜਨਮ ਦਿਨ ਹੈ, ਤੁਹਾਨੂੰ ਦੱਸ ਦਿਆਂ ਕਿ ਅੱਜ ਵਧਾਈ ਦੇ ਰੂਪ 'ਚ ਭਾਈ ਜਿਹੜਾ ਵਧਾਈ ਵਧੂਈ ਨਾ ਦੇ ਕੇ ਆਊ ਕੋਈ ਬਿਜ਼ਨਸਮੈਨ, ਸਵੇਰੇ ਰੇਡ ਹੋ ਜਾਣੀ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ, ਮੈਂ ਆਹ ਪੁੱਛਿਆ ਕਿਉਂਕਿ ਆਹ ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ ਜਿੱਥੇ ਜਿੱਥੇ ਇਹਨਾਂ ਦੇ ਪ੍ਰੋਗਰਾਮ ਹੋਏ ਸੀ ਜਦ ਕੇਜਰੀਵਾਲ ਸਾਹਿਬ ਆਏ ਸੀ, DC ਸਾਹਿਬ ਨੇ ਪਹਿਲਾਂ ਸਾਰੀ ਇੰਡਸਟਰੀ ਨੂੰ ਫੋਨ ਕੀਤਾ ਔਰ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਨੇ ਕੀਤਾ ਔਰ ਇਹ ਗੱਲ ਕਹੀ ਕਿ ਜੇ ਕੋਈ ਉੱਥੇ ਮਾਈ ਦਾ ਲਾਲ ਇੰਡਸਟਰੀ ਵਾਲਾ ਕੋਈ ਗਲਤ ਮਲਤ ਸਵਾਲ ਪੁੱਛ ਗਿਆ ਨਾ, ਉਹਦੀ ਖੈਰ ਨਹੀਂ। ਇੱਕ ਕੋਨੇ ਤੋਂ ਦੂਜੇ ਕੋਨੇ ਤਾਂ 20 ਮਿੰਟ ਦਾ ਸਫ਼ਰ ਹੈ ਜਹਾਜ਼ 'ਤੇ। ਜਿਹੜਾ ਜਹਾਜ਼ ਇਹ ਫੈਲਕਨ 2000, ਮੈਂ ਤੁਹਾਨੂੰ ਅਗਲੀ ਵਾਰੀ ਵਿਖਾਊਂਗਾ ਉਹਦੀ ਫੋਟੋ ਫਾਟੋ, ਫਿਰ ਤੁਹਾਨੂੰ ਸਮਝ ਆਊ ਅੰਦਰੋਂ ਕਿਹੇ ਜਾ ਬਾਹਰੋਂ ਕਿਵੇਂ ਆ। ਤੁਸੀਂ ਵੀ ਫੀਲਿੰਗ ਲੈ ਲਿਓ ਫੋਟੋ ਵੇਖ ਕੇ ਮਾੜੀ ਮੋਟੀ ਕਿ ਕੀ ਕਰਦੇ ਫਿਰਦੇ। ਪੈਸੇ ਤੁਹਾਡੇ ਜਨਾਬ, ਪੈਸੇ ਕਿਸੇ ਦੀ ਨਹੀਂ ਜਾਤਾ ਇਹਨਾਂ ਦੇ। ਹੁਣ ਦਿੱਲੀ ਵਾਲਿਆਂ ਦੇ, ਦਿੱਲੀ ਵਾਲੇ ਨੂੰ 1500 ਘੰਟੇ ਦੇ ਹੂਟੇ ਦਾ ਤਾਂ ਖਰਚਾ ਦਿੱਤਾ, ਇਲੈਕਸ਼ਨ ਆ ਰਹੀ ਹੈ। ਮੈਂ ਚਾਹੁੰਦਾ ਨਹੀਂ ਸੀ ਕਿ ਉਹਨਾਂ ਦੇ ਜਨਮ ਦਿਨ ਦੇ ਦਿਨ ਤੇ ਕੋਈ ਇਹੋ ਜਿਹੀ ਗੱਲ ਉਹਨਾਂ ਦੀ ਸ਼ਾਨ ਦੇ ਖਿਲਾਫ ਕਰਾਂ, ਮਗਰ ਉਹ ਮਜਬੂਰੀ ਇਹਨਾਂ ਕਰ ਦਿੰਦੇ। ਔਰ ਜੋ ਗੱਲ ਉਹਨਾਂ ਨੇ ਕੀਤੀ ਹੈ ਅੱਜ ਉਹਨਾਂ ਦੇ ਖਿਲਾਫ, ਜਿਸ ਤਰੀਕੇ ਨੇ ਉਹਨਾਂ ਨੇ ਇੰਡੀਪੈਂਡੈਂਸ ਆਫ ਜੁਡੀਸ਼ਰੀ ਤੇ ਸਵਾਲ ਉਠਾਏ ਆ। ਪਰਸੋਂ ਚੌਥੇ ਉਹਨਾਂ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਰਿਕਰੂਟਮੈਂਟ ਦੇ ਨਿਯੁਕਤੀ ਪੱਤਰ ਵੰਡ ਰਹੇ ਸੀ। ਉੱਥੇ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਇੱਕ ਲਹਿਰਾ ਗਾਗਾ ਦੀ ਲੜਕੀ ਜੱਜ ਬਣੀ ਹੈ ਔਰ ਉਹਦੇ ਰਿਲੇਟਿਵਸ ਦਾ ਹਵਾਲਾ ਦੇ ਰਹੇ ਸੀ ਔਰ ਫਿਰ ਉਹਦੀ ਦਾਦੀ ਦਾ ਸੁਰਜੀਤ ਕੌਰ ਦਾ ਹਵਾਲਾ ਦੇ ਰਹੇ ਸੀ ਔਰ ਫਿਰ ਕਹਿ ਰਹੇ ਸੀ ਕਿ ਉਹ ਸਾਰੇ ਪਰਿਵਾਰ ਨੂੰ ਨੀਂਦ ਨਹੀਂ ਆਉਂਦੀ ਕਿ ਉਹਨਾਂ ਦੀ ਬੇਟੀ ਜੱਜ ਬਣ ਗਈ ਹੈ, ਉਹ ਵੀ ਫ੍ਰੀ, ਬਿਲਕੁਲ ਮਤਲਬ ਕਿ ਬਗੈਰ ਪੈਸਿਆਂ ਦਿੱਤੇ ਬਣ ਗਈ ਹੈ। ਮੈਂ CM ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਕਹਿਣ ਦਾ ਭਾਵ ਕੀ ਹੈ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਜੱਜ ਸਾਹਿਬਾਨ ਬਣੇ ਆ, ਕਿਉਂਕਿ ਇਹ ਆਨਰੇਬਲ ਜੱਜ ਸਾਹਿਬਾਨ ਦੇਸ਼ ਦੇ ਹਾਈ ਕੋਰਟ, ਸੁਪਰੀਮ ਕੋਰਟ ਤੱਕ ਪਹੁੰਚਦੇ ਆ, ਇਸ ਤੋਂ ਪਹਿਲਾਂ ਜਿੰਨੀਆਂ ਵੀ ਰਿਕਰੂਟਮੈਂਟ ਹੋਈਆਂ ਨੇ, ਕੀ ਤੁਹਾਡਾ ਕਹਿਣ ਦਾ ਭਾਵ ਹੈ ਕਿ ਉਹ ਸਾਰੀ ਪੈਸੇ ਦੇ ਕੇ ਜੱਜ ਬਣਦੇ ਰਹੇ ਆ? ਮੈਂ ਚਾਹੂੰਗਾ ਤੁਸੀਂ ਵੀਡੀਓ ਸੁਣ ਲਓ, ਤੁਹਾਡੇ ਕੋਲ ਆਪ ਕਲੈਰਿਟੀ ਆ ਜੂਗੀ ਗੱਲ ਦੀ, ਫਿਰ ਮੈਂ ਅੱਗੇ ਚੱਲੂੰਗਾ ਜੀ। ਮੁੰਡੇ ਕੁੜੀਆਂ ਜੱਜ ਬਣੇ ਨੇ, ਪੜਿਆ ਹੋਣਾ ਫਰਜ਼। ਇੱਕ ਸਾਡੇ ਲਹਿਰਾ ਗਾਗਾ ਹਲਕੇ ਦੇ Bluetooth connected. ਚਲੋ ਤੁਸੀਂ ਆ ਖੋਲੋ, ਕੀ ਪ੍ਰੋਬਲਮ ਹੈ? ਮੈਂ ਤੁਹਾਨੂੰ ਇਹਦੇ 'ਚ ਦਿਖਾ ਦਿੰਦਾ ਜੀ ਤਦ ਤੱਕ। ਮੇਰੇ ਫੋਨ ਤੇ ਇੱਕ ਕਮਾਲ ਹੋ ਗਈ ਉਹਦੀ। ਇੱਕ ਪਿਛਲੇ ਦਿਨੀ ਮੁੰਡੇ ਕੁੜੀਆਂ ਜੱਜ ਬਣੇ ਨੇ, ਪੜਿਆ ਹੋਣਾ ਫਰਜ਼। ਇੱਕ ਸਾਡੇ ਲਹਿਰਾ ਗਾਗਾ ਹਲਕੇ ਦੇ ਪਿੰਡ ਦੀ ਕੁੜੀਆਂ ਬਣੀ,
ਉਹ ਇੱਕ ਮੇਰਾ ਮਿੱਤਰ ਉਹ ਇੰਡਸਟਰੀ ਚ ਰਹਿੰਦਾ ਹੈ ਕੱਚੇ ਚ ਉਹਨਾਂ ਆਸਟ੍ਰੇਲੀਆ ਵਾਲੇ ਮੁੰਡੇ ਨੇ ਦੱਸਿਆ ਕਹਿੰਦਾ ਸਾਡੇ ਪਿੰਡ ਦੀ ਕੁੜੀ ਜੱਜ ਬਣ ਗਈ। ਮੈਂ ਚਲੋ ਵਧੀਆ, ਕਹਿੰਦਾ ਯਾਰ ਸਾਰੇ ਵਿੱਚ ਖੁਸ਼ੀ ਹੈ। ਕਹਿੰਦਾ ਉਹਦਾ ਬਾਪੂ ਕਹੀ ਜਾਂਦਾ ਯਾਰ ਬਿਨਾਂ ਪੈਸਿਆਂ ਤੋਂ ਮੇਰੀ ਕੁੜੀ ਜੱਜ ਬਣ ਗਈ, ਵੀ ਕਮਾਲ ਹੋ ਗਈ। ਉਹਦੀ ਦਾਦੀ ਦਾ ਨਾਂ ਹੈ ਸਰਜੀਤ ਕੌਰ। ਕਹਿੰਦਾ ਉਹਦੀ ਦਾਦੀ ਨੂੰ ਪਿਛਲੇ 4 ਦਿਨਾਂ ਤੋਂ ਖੁਸ਼ੀ 'ਚ ਨੀਂਦ ਨਹੀਂ ਆ ਰਹੀ, ਡਾਕਟਰ ਬਣਾਉਣਾ ਪੈ ਰਿਹਾ ਹੈ ਵੀ ਐਂ ਕਿਵੇਂ ਬਿਨਾਂ ਪੈਸੇ ਤੋਂ ਮੇਰੀ ਪੋਤੀ ਜਿਹੜੀ ਜੱਜ ਬਣ ਗਈ। ਤੇ ਤੁਹਾਨੂੰ ਮੈਂ ਦੱਸ ਦਿੰਦਾ, ਜਦੋਂ ਮੈਨੂੰ ਉਹਨੇ ਇਹ ਗੱਲ ਦੱਸੀ ਮੈਨੂੰ ਵੀ ਨੀਂਦ ਆ ਰਹੀ ਐ ਜੱਜ ਬਣ ਲੱਗ ਗਏ ਸਾਡੇ। ਮੈਂ ਨਾ ਵੀਡੀਓ ਤੁਹਾਨੂੰ ਭੇਜ ਦੇਣਾ। ਆਈ ਥਿੰਕ ਇਹ ਸਭ ਤੋਂ ਸੀਰੀਅਸ ਕੰਟੈਂਪਟ ਆਫ ਕੰਟੈਂਪਟ ਹੈ, ਕਿਉਂਕਿ ਇਹ ਕਨਸਟੀਟਿਊਸ਼ਨ ਆਫ ਇੰਡੀਆ ਜੋ ਅਸੀਂ ਇੱਕ ਗਵਰਨਡ ਹਾਂ ਸੰਵਿਧਾਨ ਨਾਲ, ਔਰ ਉਹ ਸੰਵਿਧਾਨ ਦੀ ਆਰਟੀਕਲ 234 ਥੱਲੇ ਆ ਮੈਂ ਉਹ ਕਿਤਾਬ ਹੈ, ਜੇ ਤੁਸੀਂ ਚਾਹੋਗੇ ਤਾਂ ਮੈਂ ਤੁਹਾਨੂੰ ਉਹ ਕਾਪੀ ਵੀ ਭੇਜ ਦੂੰਗਾ। ਇਹਦੇ 'ਚ ਆਰਟੀਕਲ 234 ਕਨਸਟੀਟਿਊਸ਼ਨ ਆਫ ਇੰਡੀਆ ਇਹ 'ਚ ਲਿਖਦੀ ਹੈ ਰਿਕਰੂਟਮੈਂਟ ਆਫ ਪਰਸਨਸ ਅਦਰ ਦੈਨ ਡਿਸਟ੍ਰਿਕਟ ਜੱਜ to the judicial services, appointment of persons other than district judges to the judicial service of a state shall be made by the governor of the state in accordance with rules made by him in that behalf after consultations with State Public Service Commission and with the High Court exercising jurisdiction in relation to the such state। कि जिन्नी भी रिक्रूटमेंट प्रोसेस है पीपीएससी ਤਾਂ ਕੱਲਾ ਇਸ਼ਤਿਹਾਰ ਦਿੰਦਾ ਜੀ। ਉਸ ਇਸ਼ਤਿਹਾਰ ਤੋਂ ਬਾਅਦ ਤੁਹਾਨੂੰ ਇਹ ਸਮਝਣੀ ਬੜੀ ਜ਼ਰੂਰੀ ਹੈ, ਇਹ ਪੰਜਾਬ ਸਿਵਲ ਸਰਵਿਸਿਜ਼ ਰੂਲਸ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ। ਇਹ ਹੈਗੇ ਜੀ ਜੁਡੀਸ਼ੀਅਲ ਬ੍ਰਾਂਚ ਪੰਜਾਬ ਸਿਵਲ ਸਰਵਿਸਿਜ਼ ਰੂਲ 1951 since 1951 in consonance with constitution of India article 234 ਕਿ ਜਿਹੜੀ ਐਪਲੀਕੇਸ਼ਨ ਵੀ ਹੈ ਜੱਜ ਬਣਨ ਦੀ, ਉਹ ਐਪਲੀਕੇਸ਼ਨ ਆਫ ਕੈਂਡੀਡੇਟਸ ਕੌਣ ਲੈਂਦਾ ਹੈ? ਉਹ ਡਿਸਟ੍ਰਿਕਟ ਜੱਜ ਲੈਂਦੇ ਆ। ਇਹਦੇ 'ਚ ਪ੍ਰਸਕ੍ਰਾਈਬਡ ਹੈ, ਅੱਗੇ ਲਿਖਿਆ ਪਾਰਟ ਬੀ ਪ੍ਰੈਪਰੇਸ਼ਨ ਐਂਡ ਸਬਮਿਸ਼ਨ ਆਫ ਰੋਲਸ। ਇਹ ਸਾਰਾ ਕਾਗਜ਼ ਮੈਂ ਤੁਹਾਨੂੰ ਕਰ ਦੂੰਗਾ, ਮਤਲਬ ਡਿਸਟ੍ਰਿਕਟ ਜੱਜ ਕਰਦੇ ਆ। ਅਗਲਾ ਐਗਜ਼ਾਮੀਨੇਸ਼ਨ ਆਫ ਕੈਂਡੀਡੇਟਸ ਅਲੋਂਗ ਵਿਦ ਪੀਪੀਐਸਸੀ। ਹਾਈ ਕੋਰਟ ਦੇ ਜੱਜ ਸਾਹਿਬਾਨ ਉਹਦਾ ਪੇਪਰ ਤਿਆਰ ਕਰਦੇ ਆ, ਮਤਲਬ ਉਹ ਡਿਸਾਈਡ ਕਰਦੇ ਕਿ ਪੇਪਰ ਕਿਵੇਂ ਹੋਊਗਾ, ਕਦੋਂ ਹੋਊਗਾ, ਕਿੱਥੇ ਲਿਆ ਜਾਊਗਾ। ਐਵਰੀਥਿੰਗ ਇਜ਼ ਡਨ ਬਾਏ ਦ ਚੀਫ ਜਸਟਿਸ ਵੱਲੋਂ ਜਾਂ ਉਹਨਾਂ ਦੀ ਬਣਾਈ ਹੋਈ ਜਿਹੜੀ ਆਨਰੇਬਲ ਹਾਈ ਕੋਰਟ ਦੀ ਕਮੇਟੀ ਹੈ। ਸੋ ਬਾਏ ਰਿਪਰੈਜ਼ੈਂਟੇਟਿਵਸ ਆਫ ਦ ਹਾਈ ਕੋਰਟ ਹਿਸ ਡਿਸੀਜਨ ਸ਼ੈਲ ਪ੍ਰੀਵੇਲ, ਮਤਲਬ ਫਾਈਨਲ ਡਿਸੀਜਨ ਇਹਦੇ 'ਚ ਉਹ ਕਮੇਟੀ ਦਾ ਹੈ ਜਿਹੜੀ ਹਾਈ ਕੋਰਟ ਦੀ ਆਨਰੇਬਲ ਜੱਜਿਸ ਦੀ ਹੁੰਦੀ ਹੈ। ਇਹ ਵੀ ਐਗਜ਼ਾਮੀਨੇਸ਼ਨ ਆਫ ਕੈਂਡੀਡੇਟਸ ਦੀ ਵੀ ਮੈਂ ਤੁਹਾਨੂੰ ਇਹਦੇ 'ਤੇ ਆ ਸਾਰੀ ਇਹਦੇ 'ਚ ਪਾਰਟ ਸੀ 'ਚ ਲਿਖਿਆ ਹੈ ਕਿ ਕੀ ਪ੍ਰੋਸੈਸ ਹੁੰਦਾ ਹੈ, ਔਰ ਤੁਸੀਂ ਸਮਝੋਗੇ, ਅਪਰੀਸ਼ੀਏਟ ਕਰੋਗੇ ਕਿ ਇਹ ਸਾਰਾ ਪ੍ਰੋਸੈਸ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬਾਨ ਕਰਦੇ ਆ। ਮਤਲਬ ਕਿ ਇਹਨੇ ਜੋ ਪੈਸਿਆਂ ਦੀ ਗੱਲ ਕੀਤੀ ਹੈ ਚੀਫ ਮਿਨਿਸਟਰ ਸਾਹਿਬ ਨੇ, ਇਹ ਆਰੋਪ ਸਿੱਧੇ ਕਿਹਦੇ ਤੇ ਲਾਏ ਆ? ਇੰਡੀਪੈਂਡੈਂਸ ਆਫ ਜੁਡੀਸ਼ਰੀ, ਜਿਹਦੇ ਤੇ ਲੋਕਤੰਤਰ ਦਾ ਇੱਕ ਇੰਪੋਰਟੈਂਟ ਥੰਮ, ਉਹਦੇ ਤੇ ਇਲਜ਼ਾਮ ਲਾਤੇ। ਔਰ ਕਹਿੰਦਾ ਮੈਨੂੰ ਵੀ ਨੀਂਦ ਨਹੀਂ ਆ ਰਹੀ। ਅੱਗਿਓਂ ਗੱਲ ਸੁਣ ਲਓ, ਨੀਂਦ ਤਾਂ ਵੈਸੇ ਵੀ ਨਹੀਂ ਆਉਂਦੀ ਇਹਨੂੰ ਜਿੰਨੀ ਖਾ ਪੀ ਲੈਂਦਾ, ਮਗਰ ਆਹ ਗੱਲ ਤਾਂ ਕਮਾਲ ਦੀ ਕਰ ਗਿਆ। ਅੱਗੇ ਆ ਅਪਾਇੰਟਮੈਂਟ ਇੱਕ ਇਹਨਾਂ ਦੀ ਜਦ ਅਪਾਇੰਟਮੈਂਟ ਹੁੰਦੀ ਆ, ਇੱਕ ਆ ਕੇਸ ਹੋਇਆ ਸੁਪਰੀਮ ਕੋਰਟ 'ਚ। ਮੈਂ ਵੈਸੇ ਤੁਹਾਨੂੰ ਇਹਦੀ ਨੌਲੇਜ ਦੇ ਰਿਹਾ। ਹਰਿਆਣਾ ਗਈ ਸੁਪਰੀਮ ਕੋਰਟ 'ਚ ਕਿ ਜਿਹੜੀ ਆ ਜੱਜ ਸਾਹਿਬਾਨਾਂ ਦੀ ਅਪਾਇੰਟਮੈਂਟ ਹੈ, ਇਹ ਅਸੀਂ ਹਰਿਆਣਾ ਸਰਕਾਰ ਆਪ ਥਰੂ ਪੀਪੀਐਸਸੀ ਕਰਨਾ ਚਾਹੁੰਦੀ, ਅਸੀਂ ਨਹੀਂ ਚਾਹੁੰਦੇ ਇਹਦੇ 'ਚ ਹਾਈ ਕੋਰਟ ਦਾ ਕੋਈ ਦਖਲ ਹੋਵੇ। ਉਹ ਕੇਸ ਡਿਸਮਿਸ ਹੋਇਆ।
ਔਰ ਅਖੀਰ 'ਚ ਹਾਈ ਕੋਰਟ ਦੀ ਔਰ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦੀ ਰੂਲਿੰਗ ਕੀ ਆਈ, ਉਹਨਾਂ ਨੇ ਕਿਹਾ ਦ ਸਿਲੈਕਸ਼ਨ ਕਮੇਟੀ referred to sub rule 1 shall comprise of the following members: 3 judges of the Haryana of the High Court of Punjab and Haryana nominated by the Chief Justice, of whom the senior most shall be chairman। कि ਜਿਹੜੇ ਆ ਜੱਜ ਸਾਹਿਬਾਨ ਸਿਲੈਕਟ ਹੁੰਦੇ ਆ ਉਹ ਚੀਫ ਜਸਟਿਸ ਆਫ ਦਾ ਪਾਰਟਿਕੂਲਰ ਸਟੇਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ 3 ਜੱਜ ਅਪਾਇੰਟ ਕਰਨਗੇ ਔਰ ਸੀਨੀਅਰ ਮੋਸਟ ਉਹਦਾ ਚੇਅਰਮੈਨ ਹੋਊਗਾ। ਉਹਦੇ 'ਚ ਇੱਕ ਐਡਵੋਕੇਟ ਜਨਰਲ ਹੋਊਗਾ, ਇੱਕ ਚੀਫ ਸੈਕਟਰੀ ਹੋਊਗਾ ਔਰ ਅਗਲਾ ਮੈਂਬਰ ਚੇਅਰਮੈਨ ਆਫ ਜਿਹੜਾ ਪਬਲਿਕ ਸਰਵਿਸ ਕਮਿਸ਼ਨ ਹੈ ਉਹਦਾ ਚੇਅਰਮੈਨ ਹੋਊਗਾ। ਇਹ ਫਾਈਨਲ ਸੁਪਰੀਮ ਕੋਰਟ ਦਾ ਆਰਡਰ ਹੈ। ਹੁਣ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆ ਜਿਹੜੀ ਸਿਲੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਕਿਹੜੇ ਜੱਜ ਸਾਹਿਬਾਨ ਨੇ ਦੇ ਖਿਲਾਫ ਤੁਸੀਂ ਆਰੋਪ ਲਾ ਰਹੇ ਹੋ? ਮੈਂ ਕਹੋ ਜਿਹੜੇ ਆ ਆਰੋਪ ਤੁਸੀਂ ਲਾਏ ਆ ਕਿ ਪਹਿਲਾਂ ਜਿੰਨੇ ਮਤਲਬ ਤੁਸੀਂ ਪਲੀਜ਼ ਸਮਝੋ ਦੈਟ ਜਿੰਨੇ ਵੀ ਕੇਸ ਲੋਕਾਂ ਦੇ ਜਾ ਰਹੇ ਆ ਡਿਸਟ੍ਰਿਕਟ ਕੋਰਟ 'ਚ, ਹਾਈ ਕੋਰਟ 'ਚ, ਚੀਫ ਮਿਨਿਸਟਰ ਸਾਹਿਬ ਨੇ ਕਹਿਤਾ ਕਿ ਇਸ ਰਿਕਰੂਟਮੈਂਟ ਤੋਂ ਪਹਿਲਾਂ ਜਿੰਨੀ ਰਿਕਰੂਟਮੈਂਟ ਨੇ ਉਹ ਪੈਸੇ ਦੇ ਕੇ ਹੁੰਦੇ ਰਹੇ ਤੇ ਮਤਲਬ ਕਿ ਸੀਰੀਅਸ ਐਲੀਗੇਸ਼ਨ ਆਫ ਕਰਪਸ਼ਨ ਸਿੱਧੇ ਲਾਤੇ। ਤੇ ਫਿਰ ਦੱਸੋ ਕਿੱਥੇ ਲੋਕਾਂ ਦਾ ਵਿਸ਼ਵਾਸ ਰਹਿ ਜਾਣਾ? ਔਰ ਇਹ ਜੀ ਗੱਲ ਕਰਨੀ ਮੁੱਖ ਮੰਤਰੀ ਵਾਸਤੇ ਇਹ ਕੋਈ ਬਨਾਨਾ ਰਿਪਬਲਿਕ ਤਾਂ ਹੈ ਨਹੀਂ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਐਗਜ਼ਾਮੀਨੇਸ਼ਨ ਸੈਂਟਰ ਕਿੱਥੇ ਹੋਊ, एग्जाम पेपर की हो, चेकिंग कौन करूं, all this is decided by the committee of honorable judges। और आज इन्होंने उन्हां ते इल्जाम लाते, इस तो सीरीयस काम की हो सकता? और जदों कोई ऑनरेबल जज की डिसमिसल होंदी है मतलब कि ओदा एप्लीकेशन, एग्जामिनेशन, अपॉइंटमेंट एंड इवन डिसमिसल, वो डिसमिस ता हो सकता है इफ इट्स रिकमेंडेड बाय द कमेटी ऑफ जजेस ऑफ अ पर्टिकुलर हाई कोर्ट और द चीफ जस्टिस एंड सेंट टू द गवर्नर। गवर्नर ਉਹਦੀ डिसमिसल करता है। ਜਿਹੜਾ एडा पारदर्शिता वाला प्रोसैस होवे ਤੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕਹਿਤਾ ਕਿ ਭਾਈ ਇਹ ਜਿੰਨੇ ਜੱਜ ਪਹਿਲਾਂ ਲੱਗੇ ਆ ਉਹਨਾਂ ਤੇ ਉਹ ਮਤਲਬ ਪੈਸੇ ਦੇ ਕੇ ਲੱਗਦੇ ਰਹੇ ਆ। ਦਿਸ ਇਜ਼ ਵਾਟ ਹੀ ਇਜ਼ ਐਗਜ਼ੈਕਟਲੀ ਸੇਇੰਗ। ਮੈਂ ਫੇਰ ਸੁਣਾ ਦੂੰ ਜੇ ਸਾਡੀ ਆਡੀਓ ਕਲੀਅਰ ਹੋ ਗਈ। ਨੇ ਕੁੜੀਆਂ ਜੱਜ ਬਣੇ ਬੜਾ ਹੋਣਾ। ਇੱਕ ਸਾਡੇ ਲਹਿਰਾਗਾਗਾ ਹਲਕੇ ਦੇ ਪਿੰਡ ਦੀ ਕੁੜੀ ਜੱਜ ਬਣੀ। ਉਹ ਇੱਕ ਮੇਰਾ ਮਿੱਤਰ ਹੈ, ਉਹ ਨਿਊਜ਼ੀਲੈਂਡ 'ਚ ਰਹਿੰਦਾ। ਆਓ ਪਾਓ ਵੇਖ ਲਿਓ, ਠੀਕ ਨਹੀਂ ਇੱਕ ਲੱਗਦਾ। ਆਸਟ੍ਰੇਲੀਆ 'ਚ ਵੀ ਰਹਿੰਦਾ। ਉਹਨਾਂ ਆਸਟ੍ਰੇਲੀਆ ਵਾਲੇ ਮੁੰਡੇ ਨੇ ਦੱਸਿਆ, ਕਹਿੰਦਾ ਸਾਡੇ ਪਿੰਡ ਦੀ ਕੁੜੀ ਜੱਜ ਬਣ ਗਈ। ਮੈਂ ਚਲੋ ਵਧੀਆ। ਕਹਿੰਦਾ ਯਾਰ ਸਾਰੇ ਪਿੰਡ 'ਚ ਖੁਸ਼ੀ ਹੈ। ਕਹਿੰਦਾ ਉਹਦਾ ਬਾਪੂ ਕਹੀ ਜਾਂਦਾ ਯਾਰ ਬਿਨਾਂ ਪੈਸਿਆਂ ਤੋਂ ਮੇਰੀ ਕੁੜੀ ਜੱਜ ਬਣ ਗਈ, ਇਹ ਕਮਾਲ ਹੋ ਗਈ। ਉਹਦੀ ਦਾਦੀ ਦਾ ਨਾਂ ਹੈ ਸਰਜੀਤ ਕੌਰ। ਕਹਿੰਦਾ ਉਹਦੀ ਦਾਦੀ ਨੂੰ ਪਿਛਲੇ 4 ਦਿਨਾਂ ਤੋਂ ਖੁਸ਼ੀ 'ਚ ਨੀਂਦ ਨਹੀਂ ਆ ਰਹੀ, ਡਾਕਟਰ ਬਣਾਉਣਾ ਪੈ ਰਿਹਾ ਵੀ ਐਂ ਕਿਵੇਂ ਬਿਨਾਂ ਪੈਸਿਆਂ ਤੋਂ ਮੇਰੀ ਪੋਤੀ ਜਿਹੜੀ ਜੱਜ ਬਣ ਗਈ। ਤੇ ਤੁਹਾਨੂੰ ਮੈਂ ਦੱਸ ਦਿੰਦਾ, ਜਦੋਂ ਮੈਨੂੰ ਉਹਨੇ ਇਹ ਗੱਲ ਦੱਸੀ ਮੈਨੂੰ ਵੀ ਨੀਂਦ ਆ ਰਹੀ ਵੀ ਇੰਨਾ ਵਧੀਆ ਹੋ ਗਿਆ ਸਿਸਟਮ ਕਿ ਜੱਜ ਬਣ ਲੱਗ। ਮਤਲਬ ਕਿ ਪਹਿਲਾ ਸਿਸਟਮ ਮਾੜਾ। ਮਤਲਬ ਚੀਫ ਮਿਨਿਸਟਰ ਕਹਿ ਰਿਹਾ ਹੈ, ਲੈਟਸ ਬੜੀ ਕਲੈਰਿਟੀ ਰੱਖੋ ਜੀ ਇਹ ਗੱਲ ਦੀ। ਇੱਕ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਕਿ ਪਹਿਲਾ ਸਿਸਟਮ ਮਾੜਾ ਸੀ, ਹੁਣ ਸਿਸਟਮ ਚੰਗਾ ਹੋ ਰਿਹਾ। ਐਤਕੀ ਬਗੈਰ ਪੈਸਿਆਂ ਦੇ ਬਣੇ, ਮਤਲਬ ਪਹਿਲਾਂ ਕਿ ਵਾਟ ਇਜ਼ ਹੀ ਸੇਇੰਗ ਕਿ ਪੈਸੇ ਦੇ ਕੇ ਬਣਦੇ ਸੀ। ਔਰ ਇਹ ਆਰੋਪ ਕੀਤੇ ਲਾ ਰਹੇ ਆ ਸਮੁੱਚੀ ਜੁਡੀਸ਼ਰੀ ਤੇ ਆਨਰੇਬਲ ਜੱਜ ਸਾਹਿਬਾਨਾਂ ਦੀ ਅਪਾਇੰਟਮੈਂਟ ਤੇ ਆਨਰੇਬਲ ਜੱਜ ਸਾਹਿਬਾਨਾਂ ਦੀ, ਜਿਹਦੀ ਅਪਾਇੰਟਮੈਂਟ ਕੋਈ ਹੋਰ ਨਹੀਂ ਪੰਜਾਬ ਐਂਡ ਹਰਿਆਣਾ ਦੀ ਹਾਈ ਕੋਰਟ ਦੀ ਕਮੇਟੀ ਕਰਦੀ ਹੈ। ਸੋ ਮਾਈ ਫਰਸਟ ਥਿੰਗ, ਅਟੈਕਿੰਗ ਦੀ ਇੰਡੀਪੈਂਡੈਂਸ ਆਫ ਜੁਡੀਸ਼ਰੀ ਇਜ਼ ਦ ਬਿਗੇਸਟ ਕ੍ਰਿਮੀਨਲ ਕੰਟੈਂਪਟ। ਅੱਜ ਮੈਂ ਐਡਵੋਕੇਟ ਜਨਰਲ ਸਾਹਿਬ 'ਚ ਇਹ ਗੱਲ ਪੁੱਛਦਾ, ਆਰ ਯੂ ਗੋਇੰਗ ਟੂ ਰਾਈਜ਼ ਟੂ ਦੀ ਓਕੇਜ਼ਨ ਐਂਡ ਕੀ ਤੁਸੀਂ exercise the powers granted to him
being a constitutional office and issue a suo moto contempt notice to Bhagwant Mann की AG साहब तुसी suo moto contempt notice भगवंत मान नूं करोगे कि नहीं करोगे? Attacking the independence of judiciary is the same as attacking the sovereignty of the country because the country is governed by the rule of law. ये मजाक नहीं है कि तुसी एडे सीरियस एलीगेशन मेक करो लोगों का विश्वास जे जुडिशरी च अटुट आ उस जुडिशरी की बेसिक फाउंडेशन नूं तुसी अटैक करो क्योंकि तुसी रोज केस हार रहे हो। केस हारन करके तुसी तीजा एजी लाता है। हुण तुसी आ नवा कवर्टेड तरीका वरत लिया ये कहण नूं कि भाई अज तो पहला जिन्नी अपॉइंटमेंट है वो पाक साफ नहीं है। सो मेरा एजी साहब नूं अपील है कि तुसी मैं आप भी एप्लीकेशन मूव करूंगा जे एजी ने कंटेम्प्ट नहीं लिया और मैं अज तुहानूं कह रहा वी आर गोइंग टू बी मूविंग दी ऑनरेबल हाई कोर्ट आफ्टर मूविंग टू दी एजी बिकॉज ये क्रिमिनल कंटेम्प्ट है। बड़ी सीरीयस गल है। लोकां दी जिस जुडिशरी च विश्वास है उस विश्वास नूं ढह ढेरी करन दी एक बहुत वड्डी साजिश है सरकार दी जिन्हों किसी ने भी इस तरह बर्दाश्त नहीं करना क्योंकि ये संविधान की धज्जियां उड़ाउण दी गल है। दूजी गल वेखो अज हालात की बने पे है। एक कट्टर ईमानदार अज जुडिशरी नूं बेईमान दसदे आ मगर इन्हां कट्टर ईमानदारां दी कटारू ਚੱਕ ਦੀ खबर पहला आई हुई है। धालीवाल दी पहला आई हुई है कि किवें वो 100 एकड़ जमीन इन्हां ने अलॉट की और किवें उत्थे माइनिंग चल रही है, किवें वो BDO नूं रातों रात DDPO बना के वो जमीन अलॉट करती है। सारा रौला हाले तक वह कुछ नहीं हो रहा। आ तीजी फोटो कल दी मैं 2-3 वीडियो अपलोड की है हरजोत बैंस दियां। एक वकील साहब ने ये उन्होंने चिट्ठी मूव की ऑनरेबल गवर्नर साहब नूं क्योंकि उन्होंने विश्वास ही नहीं रह गया। जुगराज सिंह सन ऑफ हरदेव सिंह और विशाल सैनी एडवोकेट साहब ने क्यों मूव करनी पई एप्लीकेशन। अब मैं तुहानूं माइनिंग दियां 2 फोटोआं विखाऊंगा अड अड ने। एक पहला मैं चढ़ाई सी 2 दिन पहला पिंड इको ही है खेल अपना पिंड का नाम है कमलोट। कमलोट खेड़े की 2 वीडियो पहला तो दिखाई जी टिप्पर ते आ दूजी है जी ये नवी वीडियो है। हाल वेखो उत्थे की कीता पिया हाँ जी ये दूजी दिख रही है जी कि नहीं दिख रही। नाउ जस्ट सी ये सारी जमीन फॉरेस्ट लैंड है। 40-40 50-50 फुट के टोए करते हैं। धरती का हेठला पानी कढ़ता है। ये गंगा स्टोन क्रशर के नेड़े ये जमीन है। और एक जी मैं पहला वीडियो चढ़ाई सी जिस एक टिप्पर ते पोकलेन मशीन दिखती है। दूजी वीडियो 2 दिन पहला दी आ मैं ट्वीट भी की सी। ये न्यू सतलुज स्टोन क्रशर के खिलाफ FIR नंबर 146 होंदी है। फॉरेस्ट लैंड मैं बार बार रिपीट कर रहा फॉरेस्ट लैंड कोई माइनिंग साइट नहीं है। ये मतलब जेडी प्रोटेक्टेड एनवायरमेंट है उस एनवायरमेंट दियां धज्जियां उड़ाइयां जा रही। और तुसी प्रेशर वेखो हरजोत बैंस का किहे जाए तुहानूं वो ऑडियो भी सुना दी। मेरा भी जी ऑडियो आई सी जदों एक बंदे नूं गाना कढ़ रहा सीगा इहदा चाचा जी सोहन सिंह बैंस ते उहदा चाचा बचित्र सिंह बैंस इहदा हरजोत का चाचा बचित्र सिंह बैंस रज के इलीगल माइनिंग करा रहे। और इस तरीके का प्रैशर है इस SSP रोपड़ ते एक SSP तो तरनतारन वाला जिन्हें रंगे हत्थी मनजिंदर लालपुरे के रिश्तेदारां नूं फड़िया उहदी बदली हो गई थाना सस्पेंड हो गया। और एक SSP यह विवेकशील सोनी
ਜਿਹਨੂੰ ਹਾਈ ਕੋਰਟ ਨੇ ਫਟਕਾਰ ਲਾਈ ਕਿ ਤੂੰ ਭਾਈ ਟਰੱਕ ਡਰਾਈਵਰ ਤਾਂ ਫੜ ਲਿਆਉਣਾ, ਕਿ ਟਰੱਕ ਡਰਾਈਵਰ ਮਾਈਨਿੰਗ ਕਰ ਰਿਹਾ? ਮਾਈਨਿੰਗ ਟਰੱਕ ਡਰਾਈਵਰ ਨਹੀਂ ਕਰ ਰਿਹਾ, ਤੂੰ ਬਿਗ ਫਿਸ਼ ਨੂੰ ਫੜ, ਤੂੰ ਸਰਗਨਾ ਨੂੰ ਫੜ, ਉਹਨੂੰ ਨਹੀਂ ਫੜ ਰਿਹਾ। ਆ ਉਹਦੀ ਨਵਾਂ ਕਾਰਨਾਮਾ ਵੇਖੋ, ਉਹਨੇ FIR ਕੀਤੀ ਅਨਨੋਨ ਪੀਪਲ ਤੇ। ਐਡਾ ਵੱਡਾ ਸਟੋਨ ਕ੍ਰਸ਼ਰ ਚੱਲ ਰਿਹਾ ਹੈ, ਮਸ਼ੀਨਰੀ ਲੱਗੀ ਹੈ, ਸਭ ਕੁਝ ਸਾਹਮਣੇ ਹੈ, ਮਾਲਕਾਂ ਦੇ ਨਾਂ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਕਿਉਂਕਿ ਪ੍ਰੈਸ਼ਰ ਸੀ ਹਰਜੋਤ ਬੈਂਸ ਦਾ, ਕਰਾਈ ਹੋ ਰਹੀ ਹੈ। ਔਰ ਕੱਲ ਹੀ ਕੀ ਹੋਇਆ, ਆ ਵੀਡੀਓ ਤੁਸੀਂ ਵੇਖ ਹੀ ਲਈ ਹੈ ਕਿ ਕੀਰਤਪੁਰ ਦਾ ਜਿਹੜਾ ਟਰੱਕ ਯੂਨੀਅਨ ਦਾ ਪ੍ਰਧਾਨ ਹੈ, ਉਹਨੇ ਇਹਨਾਂ ਦੇ ਇਸ਼ਾਰੇ ਤੇ ਕੰਮ ਕਰਨ ਤੋਂ ਮਨਾ ਕਰਤਾ, ਵੀਰ ਸਿੰਘ ਨੇ ਤੇ ਉਹਦੇ ਬ੍ਰਦਰ ਨੇ ਨਾਜਰ ਸਿੰਘ ਨੇ। ਔਰ ਮੈਂ ਉਹ ਆਡੀਓ ਵੀ ਰਿਲੀਜ਼ ਕਰ ਰਿਹਾ, ਥੋੜੀ ਤੁਹਾਨੂੰ ਸੁਣਾ ਦਿੰਦਾ ਕਿ ਵੇਖੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਖਾਲਸਾ ਪੰਥ ਦੀ ਉਹ ਧਰਤੀ, ਜਿੱਥੇ ਖਾਲਸਾ ਪੰਥ ਦੀ ਐਡਾ ਵੱਡਾ ਇਤਿਹਾਸ ਹੋਵੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਵਾਲੀ ਧਰਤੀ, ਉੱਥੇ ਇਹ ਹਾਲਾਤ ਹੈ ਕਿ ਇਹ ਆਪ ਬੋਲ ਕੇ ਕਹਿ ਰਿਹਾ ਕਿ ਸਾਡੀ ਦਾੜੀ ਪੁੱਟੀ ਗਈ, ਕੇਸਾਂ ਦੀ ਬੇਅਦਬੀ ਹੋਈ, ਦਸਤਾਰ ਲਾਈ ਗਈ। ਔਰ ਕੌਣ ਕਰਨ ਵਾਲਾ? ਹਰਜੋਤ ਬੈਂਸ। ਫਿਰ ਉਸ ਤੋਂ ਬਾਅਦ ਮੇਰੀ ਉਹਨਾਂ ਦੀ ਬੇਟੀਆਂ ਨਾਲ ਗੱਲ ਹੋਈ। ਬੇਟੀ ਐਡੀ ਕੁ ਸਹਿਮੀ ਹੋਈ ਸੀ ਕਿ ਸਾਡੇ ਘਰ 50-60 ਪੁਲਿਸ ਵਾਲੇ ਆਏ ਔਰ ਬਗੈਰ ਕਿਸੇ ਗੱਲ ਦੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਮੇਰੇ ਚਾਚਾ ਜੀ ਨੂੰ, ਮੇਰੇ ਬਜ਼ੁਰਗਾਂ ਨੂੰ ਤੇ ਮੇਰੇ ਤਾਇਆ ਜੀ ਨੂੰ। ਨਾਜਰ ਸਿੰਘ ਹੋਰਾਂ ਨੂੰ ਲੈ ਗਈ, ਉਹਨਾਂ ਦੀ ਕੁੱਟਮਾਰ ਕਰਕੇ ਉਹਨਾਂ ਦੀ ਇਸ ਤਰੀਕੇ ਕੀ। ਕਿਉਂਕਿ ਇਲੀਗਲ ਮਾਈਨਿੰਗ ਦੇ ਹਰਜੋਤ ਬੈਂਸ ਤੇ ਇਹ ਵਿਘਨ ਬਣਦੇ ਸੀ, ਜਿਹੜਾ ਉਹਨੂੰ ਬਰਦਾਸ਼ਤ ਨਹੀਂ ਹੋ ਰਿਹਾ। ਉਹ ਮੈਂ ਤੁਹਾਨੂੰ ਦੋਵੇਂ